ਅੱਜ ਦੇਸ਼ ਵਿਦੇਸ਼ਾਂ ਦੇ ਵਿੱਚ ਇੰਟਰਨੈਸ਼ਨਲ ਵਿਮਨਸ ਡੇ ਯਾਨੀ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਜਿੰਨੇ ਵੀ ਦੁੱਖ ਦਰਦ ਤਕਲੀਫਾਂ ਨੇ ਜਾਂ ਤਿਆਗ ਹੈ ਜਾਂ ਇਮੋਸ਼ਨਸ ਪਿਆਰ ਇਹਨਾਂ ਸਭ ਨੂੰ ਸਮਝਣ ਦੀ ਉਹਨਾਂ ਨੂੰ ਪਹਿਚਾਨਣ ਦੀ ਜੋ ਸ਼ਕਤੀ ਇੱਕ ਮਹਿਲਾ ਦੇ ਵਿੱਚ ਹੈ ਉਹ ਕਿਸੇ ਵਿੱਚ ਵੀ ਨਹੀਂ। ਜੇ ਮਹਿਲਾ ਦੇ ਵਿੱਚ ਸ਼ਕਤੀ ਨਾ ਹੁੰਦੀ ਤੇ ਸ਼ਾਇਦ ਮਨੁੱਖ ਤੇ ਜਾਨਵਰ ਦੇ ਵਿੱਚ ਕੁਝ ਫਰਕ ਹੀ ਨਾ ਹੁੰਦਾ। ਤੇ ਅੱਜ ਮਹਿਲਾ ਦਿਵਸ ਵਿਸ਼ੇਸ਼ ਦੇ ਵਿੱਚ ਸਾਡੀ ਖਾਸ ਪੇਸ਼ਕਸ਼ ਹੈ ਜਗਤ ਜਨਨੀ ਸਿਰਜਣਹਾਰੀ। ਆਓ ਪਾਈਏ ਨਜ਼ਰ। ਤੇ ਸਭ ਤੋਂ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਵਿੱਚ, ਜਿੱਥੇ ਖਾਸ ਤੌਰ ਦੇ ਉੱਤੇ ਇੱਕ ਪ੍ਰੋਗਰਾਮ ਲੈ ਕੇ ਗਿਆ ਜੋ ਕਿ ਇਸ ਦਿਹਾੜੇ ਦੇ ਉੱਤੇ ਹੀ ਸਮਰਪਿਤ ਹੈ ਤੇ ਇਸ ਦੇ ਵਿੱਚ ਸਾਰੀ ਸ਼ਮੂਲੀਅਤ ਸਾਰੀ ਹਿੱਸੇਦਾਰੀ ਜਿਹੜੀ ਔਰਤਾਂ ਨੇ ਹੀ ਰੱਖੀ ਹੈ। ਇਸ ਦਾ ਆਯੋਜਨ ਉਚੇਚੇ ਤੌਰ ਦੇ ਉੱਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤਾ ਗਿਆ। ਤਾਂ ਕੀ ਖਾਸ ਰਿਹਾ ਇਸ ਪ੍ਰੋਗਰਾਮ ਦੇ ਵਿੱਚ, ਚਲੋ ਵੇਖੀਏ। ਧੀਆਂ ਨੂੰ ਬਚਾਉਣ ਤੇ ਧੀਆਂ ਨੂੰ ਮਾਣ ਦਿਵਾਉਣ ਦਾ ਬੀੜਾ ਇੱਕ ਮਿਸ਼ਨ ਦੀ ਤਰ੍ਹਾਂ ਚੁੱਕਿਆ ਹੈ ਬਠਿੰਡਾ ਤੋਂ ਸਾਂਸਦ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ। ਨੰਨੀ ਛਾਂ ਮੁਹਿੰਮ ਦੀ ਸਰਪ੍ਰਸਤ ਹਰਸਿਮਰਤ ਕੌਰ ਬਾਦਲ ਵੱਲੋਂ ਵੂਮੈਨਸ ਡੇ ਦੇ ਦਿਨ ਇੱਕ ਖਾਸ ਸ਼ੁਰੂਆਤ ਕੀਤੀ ਗਈ। ਜੀ ਹਾਂ, ਮਹਿਲਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹਰ ਕੰਮ ਦੇ ਵਿੱਚ ਮਹਿਲਾ ਅੱਗੇ ਰਹੀਆਂ। ਸਮਾਗਮ ਦੀ ਸ਼ੁਰੂਆਤ ਕੀਰਤਨ ਦੇ ਨਾਲ ਹੋਈ, ਜਿਸ ਨੂੰ ਮਹਿਲਾ ਕੀਰਤਨੀ ਜਥਿਆਂ ਨੇ ਬਖੂਬੀ ਨਿਭਾਇਆ। ਹਰੀ ਕਿਰਪਾ ਸੰਤ ਸੰਗ ਮਿਲਾਦ ਚਰਨ ਸਰਣ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ रब की बात रब की बात रब की बात रब की बात संतन के सुनियत संतन के सुनियत संतन के ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹਰ ਸਮਾਜ ਦੀ ਬਣਤਰ ਦੇ ਵਿੱਚ ਮਹਿਲਾਵਾਂ ਦਾ ਕਿਰਦਾਰ ਅਹਿਮ ਰਿਹਾ ਹੈ। ਜੇ ਪਿੱਛੇ ਛਾਤੀ ਜੀ ਮਾਰੀਏ ਤੇ ਸੋਚ ਕੇ ਨਤਮਸਤਕ ਕਰਨ ਦਾ ਜੀ ਕਰਦਾ ਹੈ ਮਾਤਾ ਤ੍ਰਿਪਤਾ ਜੀ ਦਾ, ਜਿਨ੍ਹਾਂ ਦੀ ਕਿੰਨੀ ਪਾਵਨ ਪਵਿੱਤਰ ਕੁੱਖ ਹੋਊਗੀ, ਕਿਹੋ ਦਾ ਜਾਪ ਤਾਪ ਉਹਨਾਂ ਦਾ ਹੋਊਗਾ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹੋ ਜਿਹੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜਿਹੜਾ ਜਗਤ ਨੂੰ ਤਾਰਨ ਵਾਸਤੇ ਆਏ ਸੀ, ਉਹਨਾਂ ਨੇ ਧੰਨ ਧੰਨ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਜੰਮ ਲਿੱਤਾ। ਇਸ ਜਗਤ ਵਿੱਚ ਆ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੇ ਦਰਸ਼ਨ ਦੀਦਾਰ ਦਿੱਤੇ ਤੇ ਦੌਲਤਾ ਦਾਈ ਨੂੰ ਦਰਸ਼ਨ ਦੀਦਾਰ ਬਖਸ਼ੇ। ਜੇ ਗੁਰੂ ਸਾਹਿਬ ਦੀ ਰੂਹਾਨੀਅਤ ਪਹਿਚਾਨੀ ਤੇ ਉਹਨਾਂ ਦੀ ਵੱਡੀ ਭੈਣ ਬੇਬੇ ਨਾਨਕੀ ਜੀ, ਕਿਨਾਂ ਕਿਨਾਂ ਦੀ ਗੱਲ ਕਰੀਏ ਅਸੀਂ। ਮਾਤਾ ਖੀਵੀ ਜੀ ਦੀ ਚਲਾਈ ਹੋਈ ਲੰਗਰ ਪ੍ਰਥਾ ਸਦੀਆਂ ਸਦੀਆਂ ਤੋਂ ਅੱਜ ਤਾਈਂ ਵੀ ਚੱਲ ਰਹੀ ਹੈ। ਮਾਤਾ ਗੁਜਰੀ ਜੀ ਬਾਰੇ ਤਾਂ ਜਿੰਨਾ ਕਹੀਏ ਮੈਂ ਕਹਿੰਦੀ ਹਾਂ ਘੱਟ ਹੈਗਾ। ਮੇਰੀ ਸਤਿਕਾਰਯੋਗ ਭੈਣਾਂ, ਤੁਸੀਂ ਸਾਰੀ ਮਾਤਾਵਾਂ ਹੈਗੀਆਂ। ਅੱਜ ਸਾਡੇ ਬੱਚੇ ਜੀ ਉਂਗਲ 'ਚ ਮਾੜੀ ਜੀ ਸੱਟ ਲੱਗ ਜਾਂਦੀ ਹੈ ਤੇ ਕਲੇਜਾ ਮਾਂ ਦਾ ਹੱਥ 'ਚ ਆ ਜਾਂਦਾ ਹੈ। ਤੇ ਦੇਖੋ ਮਾਤਾ ਗੁਜਰੀ ਜੀ ਦਾ ਕਲੇਜਾ, ਦੇਖੋ ਉਹਨਾਂ ਦੀ ਦਲੇਰੀ, ਦੇਖੋ ਉਹਨਾਂ ਦੀ ਬਹਾਦਰੀ। ਪਤੀ ਦੀ ਸ਼ਹਾਦਤ, ਨਿੱਕੇ ਨਿੱਕੇ ਸਾਹਿਬਜ਼ਾਦਿਆਂ ਦੀ 6 ਸਾਲ 8 ਸਾਲ 14 ਸਾਲ 18 ਸਾਲ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇਖੀ ਮਾਤਾ ਜੀ ਨੇ। ਜੇ ਇੰਨੀ ਸਦੀਆਂ ਬਾਅਦ ਸੁਣ ਕੇ ਰੋਂਗਟੇ ਖੜ ਜਾਂਦੇ ਨੇ ਕਿ ਕਿਹੋ ਜੀ ਸ਼ਹਾਦਤ ਦੇ ਮਾਤਾ ਜੀ ਦੇ
ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਕਿਹੋ ਜੀ ਸ਼ਹਾਦਤਾਂ ਦਿੱਤੀਆਂ, ਕਿਹੋ ਜਿਹੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਬਾਰੇ ਸੁਣ ਕੇ ਜੇ ਰੌਂਗਟੇ ਖੜ ਜਾਂਦੇ ਨੇ ਤੇ ਦੇਖੋ ਮਾਤਾ ਗੁਜਰੀ ਜੀ ਦੇ ਦਲੇਰੀ ਨੂੰ, ਜਿਨ੍ਹਾਂ ਨੇ ਸ਼ਹਾਦਤਾਂ ਦੇ ਬਾਵਜੂਦ ਗੁਰੂ ਸਾਹਿਬ ਦੇ ਲੜ ਲੱਗੇ ਨੇ ਤੇ ਇਹ ਸਿੱਖ ਕੌਮ ਦੀ ਵਡਿਆਈ, ਇੱਕ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹੇ। ਜਿੱਥੇ ਗੁਰੂ ਮਾਤਾਵਾਂ ਦੀ ਦੇਣ ਨੂੰ ਅਸੀਂ ਕਦੇ ਭੁਲਾ ਨਹੀਂ ਸਕਦੇ, ਉਹਨਾਂ ਤੋਂ ਸਿੱਖ ਅਸੀਂ ਬਹੁਤ ਕੁਝ ਸਕਦੇ ਹਾਂ। ਇਤਿਹਾਸ ਵਿੱਚ ਦੇਖੀਏ ਤੇ ਮਾਈ ਭਾਗੋ ਜੀ ਜੰਗ ਦੇ ਮੈਦਾਨ ਵਿੱਚ ਵੀ ਜੇ ਮਾਤਾਵਾਂ ਨੇ ਯੋਗਦਾਨ ਪਾਇਆ ਤੇ ਫਿਰ ਜੰਗ ਦੇ ਮੈਦਾਨ ਵਿੱਚ ਵੀ ਬੀਬੀਆਂ ਦੀ ਜਿਹੋ ਜੀ ਮਿਸਾਲ ਮਾਈ ਭਾਗੋ ਜੀ, ਜਿਨ੍ਹਾਂ ਨੇ 40 ਮੁਕਤਿਆਂ ਦੇ ਨਾਲ ਮੁਗਲਾਂ ਦਾ ਸਾਹਮਣਾ ਕਰਕੇ ਇਹੋ ਜੀ ਲੜਾਈ ਲੜੀ, ਤੇ ਫਿਰ ਕਿਵੇਂ ਭੁੱਲ ਸਕਦੇ ਹਾਂ ਬੀਬੀ ਦਲੇਰ ਕੌਰ ਜੀ ਨੂੰ, ਜਿਨ੍ਹਾਂ ਨੇ ਬੀਬੀਆਂ ਦਾ ਜੱਥਾ ਅਨੰਦਪੁਰ ਸਾਹਿਬ ਦੇ ਕਿਲੇ, ਬੀਬੀਆਂ ਦੇ ਜਥੇ ਨਹੀਂ, ਉੱਥੇ ਮੁਗਲਾਂ ਦਾ ਢੇਰ ਕਰਤਾ। ਤੇ ਫਿਰ ਬੀਬੀ ਦੀਪ ਕੌਰ ਜੀ ਨੂੰ ਕੌਣ ਭੁਲਾ ਸਕਦਾ ਹੈ, ਜਿਨ੍ਹਾਂ ਨੇ ਇਹੋ ਜੀ ਮਾਰ ਮਾਰੀ ਵਿਰੋਧੀਆਂ ਨੂੰ, ਜਿਨ੍ਹਾਂ ਨੇ ਅੱਖ ਉਠਾ ਕੇ ਦੇਖਣ ਦੀ ਜੁਰਤ ਕੀਤੀ ਸੀ, ਇਹੋ ਜੀ ਲੜਾਈ ਲੜੀ ਤੇ ਇਹੋ ਜੀ ਢੇਰ ਕੀਤੀ ਉਹਨਾਂ ਦੀ ਲਾਸ਼ਾਂ ਦੀ। ਤੇ ਜਦ ਜ਼ਖਮੀ ਹਾਲਤ 'ਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ 'ਚ ਪਹੁੰਚੇ ਤੇ ਗੁਰੂ ਸਾਹਿਬ ਨੇ ਪ੍ਰੇਮ ਭਰਾ ਹੱਥ ਉਹਨਾਂ ਦੇ ਸਿਰ ਤੇ ਫੇਰਦੇ ਹੋਏ ਫਰਮਾਇਆ, ਇਹਨਾਂ ਬੇਟੀਆਂ ਦੀ ਬਲੌਦਤ ਮੇਰਾ ਸਿੱਖ ਪੰਥ ਚੜ੍ਹਦੀ ਕਲਾ 'ਚ ਰਹੂਗਾ। ਸਤਿ ਸ੍ਰੀ ਅਕਾਲ। ਅਸੀਂ ਉਸ ਮਹਾਨ ਕਲਗੀਧਰ ਪਾਤਸ਼ਾਹ ਦੀ ਅਸੀਂ ਬੇਟੀਆਂ ਹਾਂ। ਅੱਜ ਸਾਡੇ ਦੇਸ਼ ਵਿੱਚ ਸਤਿਕਾਰਯੋਗ ਭੈਣੋ, ਹਰ ਰੋਜ਼ 2000 ਤੋਂ ਵੱਧ ਧੀਆਂ ਨੂੰ ਜਨਮ ਲੈਣ ਤੋਂ ਰੋਕਿਆ ਜਾਂਦਾ ਹੈ। ਬਲਕਿ ਜੇ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਨੂੰ ਪੜ੍ਹਿਆ ਜਾਏ ਤੇ ਹਰ ਰੋਜ਼ ਸਾਡੇ ਦੇਸ਼ ਵਿੱਚ 7000 ਧੀਆਂ ਨੂੰ ਜਨਮ ਲੈਣ ਤੋਂ ਪਹਿਲੇ ਹੀ ਉਹਨਾਂ ਨੂੰ ਕੁੱਖ ਵਿੱਚ ਹੀ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਇੰਨਾ ਵੱਡਾ ਪਾਪ, ਕੀ ਗੁਰੂ ਦੀ ਸਿੱਖਿਆ ਤੇ ਕਿਹੜੇ ਪਾਸੇ ਆਪਾਂ ਚੱਲ ਰਹੇ ਹਾਂ। ਤੇ ਜੇ ਭਰੂਣ ਹੱਤਿਆ ਹੁੰਦੀ ਹੈ, ਭਰੂਣ ਹੱਤਿਆ ਦਾ ਮੁੱਖ ਕਾਰਨ ਕੀ ਹੈ? ਮੁੱਖ ਕਾਰਨ ਕੀ ਧੀ ਨੂੰ ਦਾਜ ਦਾ ਬੋਝ ਸਮਝਿਆ ਜਾਂਦਾ ਹੈ। ਇਹ ਦਾਜ ਦੀ ਰਸਮ ਜਿਹਨੂੰ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ, ਹੋਰ ਮਨਮੁਖ ਦਾਜੇ ਜੇ ਰੱਖ ਦਿਖਾਲੇ ਸੋ ਕੂੜ ਅਹੰਕਾਰ ਕੱਚ ਭਾਜੋ। ਗੁਰੂ ਸਾਹਿਬ ਫਰਮਾਉਂਦੇ ਨੇ ਇਹ ਦਿਖਾਵੇ ਰੂਪੀ ਦਾਜ ਦੀ ਰਸਮ, ਇਹ ਦਿਖਾਵਾ ਰੂਪੀ ਦਾਜ ਤੇ ਕੂੜੇ ਦੇ ਬਰਾਬਰ ਹੈ ਤੇ ਇਹਨਾਂ ਨੂੰ ਕਰਨ ਵਾਲੇ ਮਨਮੁਖੀ ਲੋਕੀ ਇਹ ਅਹੰਕਾਰੀ ਨੇ। ਕਿ ਅਸੀਂ ਇਹ ਚੰਦ ਦਿਖਾਵੇ ਰੂਪੀ ਦਾਜ ਦੇ ਨਾਲ ਕੁਝ ਦਿਨਾਂ ਦੀ ਖੁਸ਼ੀ ਦਿਖਾਵਾ ਕਰਕੇ ਖੁਸ਼ ਹੋਣਾ ਚਾਹੁੰਦੇ ਹਾਂ, ਜਾਂ ਉਹੋ ਜਿਹੀ ਦਾਜ ਦੀ ਆਸ ਕਰੀਏ ਕਿ ਘਰ ਆਉਣ ਵਾਲੀ ਨੂੰ ਨਾਮ ਸਿਮਰਨ ਸੇਵਾ ਦੀ ਦਾਜ ਲੈ ਕੇ ਆਏ, ਨਮਰਤਾਈ ਦੀ ਦਾਜ ਲੈ ਕੇ ਆਏ ਤੇ ਸੇਵਾ ਸਿਮਰਨ ਦੇ ਨਾਲ ਇਸ ਪਰਿਵਾਰ ਨੂੰ ਤੇ ਅਗਲੀ ਪੀੜ੍ਹੀ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜੇ। ਜੇ ਦਾਜ ਮੰਗੀਏ ਤੇ ਆਸ ਇਹੋ ਦੀ ਦਾਜ ਕਰੀਏ ਕਿ ਘਰ ਆਉਣ ਵਾਲੀ ਧੀ ਸੇਵਾ ਸਿਮਰਨ ਦੀ ਦਾਤ ਲੈ ਕੇ ਆਏ, ਸੇਵਾ ਸਿਮਰਨ ਦੀ ਦਾਜ ਲੈ ਕੇ ਆਏ। ਤੁਹਾਨੂੰ ਸਾਰਿਆਂ ਨੂੰ ਅੱਜ ਇਹ ਬੇਨਤੀ ਕਰਦੀ ਹਾਂ ਕਿ ਅੱਜ ਮਨ ਜ਼ਰੂਰ ਬਣਾ ਕੇ ਜਾਓ, ਇਸ ਅੰਤਰਰਾਸ਼ਟਰੀ ਮਹਿਲਾ ਦਿਵਸ 'ਚ ਇੱਥੇ ਇਕੱਠੇ ਹੋਣ ਦਾ ਆਹੀ ਨਿਸ਼ਾਨਾ ਨਹੀਂ ਕਿ ਅਸੀਂ ਇੱਥੇ ਇਕੱਠੇ ਹੋ ਕੇ, ਜਿੱਥੇ ਬਹੁਤ ਸੋਹਣਾ ਕੀਰਤਨ ਦਰਬਾਰ, ਮੈਂ ਤਾਂ ਕਹਿ ਸਕਦੀ ਹਾਂ ਕਿ ਅੱਜ ਬੀਬੀਆਂ ਦੇ ਜਥੇ ਨੇ ਤਾਂ ਇੰਨੀ ਕਮਾਲ ਕਰਤੀ ਕਿ ਜਿਵੇਂ 1 ਮਿੰਟ ਵੀ ਨਹੀਂ ਲੱਗਦਾ ਸੀ ਕਿ ਕਿਤੇ ਧਿਆਨ ਇੱਥੇ ਉੱਥੇ ਭਟਕੇ। ਇੰਨਾ ਸੋਹਣਾ ਕੀਰਤਨ ਮੈਨੂੰ ਤਾਂ ਪਹਿਲੀ ਵਾਰੀ ਸੁਣਨ ਨੂੰ ਮਿਲਿਆ, ਸ਼ਾਇਦ ਮੇਰੇ ਵਰਗੇ ਤੁਹਾਡੇ ਵਿੱਚ ਵੀ ਕਈ ਹੋਣਗੇ ਕਿ ਇੰਨੇ ਸੋਹਣੇ ਸਾਡੇ ਬੀਬੀਆਂ ਦੇ ਜਥੇ, ਇੰਨੇ ਗੁਰੂ ਦੇ ਲੜ ਲਗਾਉਣ ਵਾਲੇ, ਗੁਰੂ ਦੇ ਨਾਲ ਜੋੜਨ ਵਾਲੇ, ਇੰਨੀ ਸੋਹਣੀ ਆਵਾਜ਼ 'ਚ ਇੰਨੇ ਸੋਹਣੇ ਰਾਗਾਂ ਵਿੱਚ ਕੀਰਤਨ ਕਰ ਸਕਦੀਆਂ ਹੈ। ਮੈਂ ਉਹਨਾਂ ਦਾ ਜਿੱਥੇ ਸ਼ੁਕਰਾਨਾ ਕਰਦੀ ਹਾਂ। ਤੁਹਾਡੇ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸ਼ਾਇਦ ਹੀ ਕਦੀ ਕਿਸੇ ਕੀਰਤਨ ਦਰਬਾਰ ਜਾਂ ਫਿਰ ਗੁਰਮਤਿ ਸਮਾਗਮ ਦੇ ਵਿੱਚ ਇਹ ਨਜ਼ਾਰਾ ਦੇਖਿਆ ਹੋਊਗਾ। ਜਿੱਥੋਂ ਤੱਕ ਵੀ ਨਜ਼ਰ ਜਾਏਗੀ ਉੱਥੇ ਸਿਰਫ ਔਰਤਾਂ ਹੀ ਔਰਤਾਂ ਤੁਹਾਨੂੰ ਲੰਗਰ ਛਕਦੀਆਂ ਹੋਈਆਂ ਨਜ਼ਰ ਆਉਣਗੀਆਂ, ਕਿਉਂਕਿ ਇਹ ਉਪਰਾਲਾ ਖਾਸ ਤੌਰ ਤੇ ਔਰਤਾਂ ਦੇ ਲਈ ਹੀ ਕੀਤਾ ਗਿਆ ਹੈ। ਉਹਨਾਂ ਦੇ ਮਾਨ ਸਨਮਾਨ ਨੂੰ ਵਧਾਉਣ ਦੇ ਲਈ, ਉਹਨਾਂ ਨੂੰ ਆਪਣਾ ਮਾਨ ਸਨਮਾਨ ਦਾ ਅਹਿਸਾਸ ਕਰਵਾਉਣ ਦੇ ਲਈ ਇਹ ਉਪਰਾਲਾ ਜਿਹੜਾ ਹੈ ਖਾਸ ਤੌਰ ਤੇ
ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਰਵਾਇਆ ਗਿਆ ਸੀ। ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਇਸ ਗੁਰਮਤਿ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਬਹੁਤ ਚੇਂਜ ਆਇਆ ਹੁਣ, ਕਿਉਂਕਿ ਸਾਰੀਆਂ ਲੜਕੀਆਂ ਵੀ ਐਜੂਕੇਟਡ ਹੀ ਆ ਤੇ ਇਹ ਲੜਕੀਆਂ ਨੇ ਅੱਗੇ ਜਿਹੜਾ ਫਿਊਚਰ ਚੇਂਜ ਕਰਨਾ ਹੈਗਾ। ਹਾਂਜੀ, ਕਾਫੀ ਹੱਦ ਤੱਕ ਇਹ ਮੁਹਿੰਮ ਜਿਹੜੀ ਆ ਸਫਲ ਹੋਈ ਆ। ਇਹਦੇ ਵੱਲ ਵੇਖ ਕੇ ਕਾਫੀ ਲੋਕ ਜਾਗਰੂਕ ਹੋਏ ਨੇ ਤੇ ਹੁਣ ਜਿਹੜੀ ਭਰੂਣ ਹੱਤਿਆ ਵਗੈਰਾ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਦਾਜ ਪ੍ਰਥਾ ਕਾਫੀ ਘੱਟ ਹੋਈ ਹੈ ਇਹਦੇ ਨਾਲ। ਮਹਿਲਾ ਸਸ਼ਕਤੀਕਰਨ ਦੇ ਲਈ ਬਹੁਤ ਕੁਝ ਹੋ ਰਿਹਾ ਤੇ ਅਜੇ ਹੋਰ ਵੀ ਬਹੁਤ ਕੁਝ ਹੋਣਾ ਬਾਕੀ ਹੈ, ਪਰ ਵੇਲੇ ਇੱਕ ਛੋਟੀ ਜਿਹੀ ਬ੍ਰੇਕ ਦਾ। ਤੁਸੀਂ ਬਨੇ ਰਹੋ ਪੀਟੀਸੀ ਨਿਊਜ਼ ਦੇ ਨਾਲ। ਹਰ ਸਰਕਾਰ ਦਾਅਵੇ ਕਰਦੀ ਹੈ ਮਹਿਲਾ ਸਸ਼ਕਤੀਕਰਨ ਦੇ, ਖੂਬ ਦਾਅਵੇ ਕੀਤੇ ਜਾਂਦੇ ਨੇ ਕਿ ਮਹਿਲਾ ਨੂੰ ਅੱਗੇ ਵਧਾਉਣ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ, ਲੇਕਿਨ ਜਿਹੜੀ ਜ਼ਮੀਨੀ ਹਕੀਕਤ ਹੈ ਉਹਨਾਂ ਦਾਅਵਿਆਂ ਤੋਂ ਕੋਸੋਂ ਦੂਰ ਨਜ਼ਰ ਆਉਂਦੀ ਹੈ। ਇਸ ਦਾ ਖਾਸ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਸਦ ਦੇ ਵਿੱਚ ਕਿੰਨੀ ਕੁ ਗਿਣਤੀ ਹੈ ਮਹਿਲਾਵਾਂ ਦੀ। ਸੋ ਮਹਿਲਾਵਾਂ ਦੀ ਸ਼ਮੂਲੀਅਤ ਹੀ ਇਹਨਾਂ ਦੀ ਇੰਪਾਵਰਮੈਂਟ ਦਾ ਇੱਕ ਆਇਨਾ ਹੈ। ਸੋ ਕਿੰਨੀ ਕੁ ਸ਼ਮੂਲੀਅਤ ਹੈ, ਇਸ ਦੇ ਉੱਤੇ ਜ਼ਰੂਰ ਨਿਰਾਸ਼ਾ ਮਿਲਦੀ ਹੈ। ਸੰਸਦ ਦੀ ਬਾੜੀ ਵਿੱਚ ਜਦ ਅਸੀਂ ਇੱਕ ਮਹਿਲਾ ਸਾਂਸਦ ਜੋ ਕਿ ਪੱਪੂ ਯਾਦਵ ਦੀ ਧਰਮ ਪਤਨੀ ਨੇ ਉਹਨਾਂ ਨੂੰ ਹਾਰਲੇ ਡੇਵਿਡਸਨ ਚਲਾਉਂਦੇ ਵੇਖਿਆ ਤਾਂ ਅਜਿਹਾ ਲੱਗਿਆ ਕਿ ਦੇਸ਼ ਵਿੱਚ ਬਹੁਤ ਕੁਝ ਬਦਲ ਗਿਆ। ਇਹ ਤਸਵੀਰਾਂ ਅਖਬਾਰ ਦੇ ਪੰਨੇ ਜਾਂ ਟੈਲੀਵਿਜ਼ਨ ਦੇਖ ਕੇ ਇੱਕ ਵਾਰ ਤਾਂ ਤੁਹਾਨੂੰ ਇਹ ਯਕੀਨ ਹੋ ਜਾਵੇਗਾ ਕਿ ਔਰਤਾਂ ਦੀ ਸਥਿਤੀ ਸੁਧਰ ਗਈ ਹੈ। ਪਰ ਕੀ ਭਾਰਤ ਦੀ ਇਹੀ ਤਸਵੀਰ ਹੈ ਕਿ ਭਾਰਤ ਵਿੱਚ ਔਰਤਾਂ ਇੰਨੀ ਸੁਦ੍ਰਿੜ ਹੋ ਗਈਆਂ ਨੇ ਕਿ ਘਰ ਦੀ ਚਾਰਦੀਵਾਰੀ ਦੇ ਅੰਦਰ ਤੇ ਬਾਹਰ ਉਹਨਾਂ ਦੇ ਸਾਰੇ ਹੱਕ ਉਹਨਾਂ ਨੂੰ ਮਿਲ ਗਏ ਨੇ? ਕਿ ਮਹਿਲਾਵਾਂ ਦੀ ਦਾਜ ਦੀ ਬਲੀ ਰੁਕ ਗਈ ਹੈ? ਕਿ ਕੁੱਖ ਵਿੱਚ ਧੀਆਂ ਨੂੰ ਮਾਰਿਆ ਜਾਣਾ ਰੁਕ ਗਿਆ ਹੈ? ਸਵਾਲ ਕਈ ਨੇ ਤੇ ਫਹਿਰਿਸਤ ਕਾਫੀ ਲੰਬੀ ਹੈ। 8 ਮਾਰਚ ਪੂਰੀ ਦੁਨੀਆ ਵੂਮੈਨਸ ਡੇ ਬਣਾ ਰਹੀ ਹੈ, ਅਸੀਂ ਵੀ ਬਣਾ ਰਹੇ ਹਾਂ। ਮੰਤਵ ਇਹੀ ਹੈ ਕਿ ਔਰਤਾਂ ਸਮਾਜਿਕ ਆਰਥਿਕ ਪੱਖੋਂ ਮਜ਼ਬੂਤ ਹੋਣ। ਇਹ ਸੰਭਵ ਤਾਂ ਹੀ ਹੋਏਗਾ ਜਦ ਅਸੀਂ ਹਕੀਕੀ ਕੰਮ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀ ਸੰਸਦ ਅੰਦਰ ਬਹੁਤ ਚੰਗਾ ਮਤਾ ਲਿਆਂਦਾ ਜਦ ਉਹਨਾਂ ਕਿਹਾ ਕਿ ਵੂਮੈਨਸ ਡੇ ਦੇ ਦਿਨ ਔਰਤਾਂ ਹੀ ਬੋਲਣ ਤੇ ਬਾਕੀ ਸੁਣਨ। ਇਹ ਇੱਕ ਕਾਬਿਲੇ ਤਾਰੀਫ ਐਲਾਨ ਸੀ, ਪਰ ਸਾਨੂੰ ਇਹ ਵੇਖਣਾ ਹੋਵੇਗਾ ਕਿ ਔਰਤਾਂ ਦੀ ਹਿੱਸੇਦਾਰੀ ਸੰਸਦ ਵਿੱਚ ਕਿੰਨੀ ਵਧੀ ਹੈ। 1952 ਦੇ ਵਿੱਚ ਦੇਸ਼ ਦੀ ਪਹਿਲੀ ਲੋਕ ਸਭਾ ਚੋਣ ਹੋਈ। ਉਸ ਵੇਲੇ 499 ਸੰਸਦਾਂ ਵਿੱਚੋਂ ਸਿਰਫ 22 ਔਰਤਾਂ ਚੁਣ ਕੇ ਆਈਆਂ, ਜੋ ਕੁੱਲ ਗਿਣਤੀ ਦਾ ਸਿਰਫ 4.4% ਹੈ। 64 ਸਾਲ ਬਾਅਦ ਵੀ ਮਹਿਲਾ ਸੰਸਦਾਂ ਦੀ ਗਿਣਤੀ ਦੇ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਸਾਲ 2000 ਵਿੱਚ ਇਹ ਭਾਗੀਦਾਰੀ 10% ਤੋਂ ਘੱਟ ਸੀ ਤੇ ਲਾਸਟ ਲੋਕ ਸਭਾ ਚੋਣਾਂ ਦੇ ਵਿੱਚ 12% ਹੋਈ ਹੈ। ਪਰ ਦੇਸ਼ ਦੀ ਵਿਧਾਨ ਸਭਾਵਾਂ ਦੇ ਵਿੱਚ ਹਾਲਾਤ ਹਾਲੇ ਵੀ ਚੰਗੇ ਨਹੀਂ ਨੇ। ਸੰਸਦ ਦੇ ਅੰਦਰ ਜਦ ਵੀ 33% ਮਹਿਲਾ ਰਾਖਵੇਂਕਰਨ ਦੀ ਗੱਲ ਹੁੰਦੀ ਹੈ ਤਾਂ ਕੁਝ ਰਾਜਨੀਤਿਕ ਪਾਰਟੀਆਂ ਜਾਤੀਵਾਦ ਦੇ ਨਾਂ ਤੇ ਅੜਿੰਗੇ ਲਟਕਾਉਣਾ ਸ਼ੁਰੂ ਕਰ ਦਿੰਦੀਆਂ ਨੇ। ਜਾਂ ਤਾਂ ਪਾਰਟੀ ਵੱਲੋਂ ਔਰਤਾਂ ਨੂੰ ਟਿਕਟ ਹੀ ਨਹੀਂ ਦਿੱਤੀ ਜਾਂਦੀ ਜਾਂ ਫਿਰ ਰਾਜਨੀਤਿਕ ਵਿਰੋਧ ਦੇ ਚੱਲਦਿਆਂ ਔਰਤਾਂ ਸੰਸਦ ਤੱਕ ਨਹੀਂ ਪਹੁੰਚ ਪਾਉਂਦੀਆਂ। ਭਾਰਤ ਨੂੰ ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਸ਼੍ਰੇਣੀ ਵਿੱਚ ਰੱਖਦੇ ਹਾਂ, ਪਰ ਭਾਰਤ ਦੀ ਜੇਕਰ ਮਹਿਲਾ ਭਾਗੀਦਾਰੀ ਦੀ ਕੰਪੈਰੀਜ਼ਨ ਕੀਤਾ ਜਾਏ ਤਾਂ ਰੁਆਂਡਾ ਵਰਗੇ ਮੁਲਕ ਦੇ ਵਿੱਚ ਜਿੱਥੇ 63% ਔਰਤਾਂ ਦੀ ਭਾਗੀਦਾਰੀ ਹੈ, ਉੱਥੇ ਭਾਰਤ ਦੇ ਵਿੱਚ ਇਹ ਭਾਗੀਦਾਰੀ 12% ਹੈ। ਹੁਣ ਜਦ ਪੰਚਾਇਤੀ ਰਾਜ ਦੀ ਗੱਲ ਕੀਤੀ ਜਾਏ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਇੱਥੇ ਔਰਤਾਂ ਦੀ ਭਾਗੀਦਾਰੀ ਵਧੀ ਹੈ। ਜਿੱਥੇ-ਜਿੱਥੇ ਔਰਤਾਂ ਪਿੰਡ ਦੀ ਸਰਪੰਚ ਹਨ, ਉਸ ਪਿੰਡ ਦਾ ਵਿਕਾਸ ਵੱਡੇ ਪੱਧਰ ਤੇ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਜਿੱਥੇ ਆਪ ਦੀ ਸਰਕਾਰ ਹੈ ਤੇ ਜਿੱਥੇ ਆਪ ਔਰਤਾਂ ਦੇ ਸਸ਼ਕਤੀਕਰਨ ਦੇ ਦਾਅਵੇ ਕਰਦੀ ਹੈ। ਬੇहद ਸ਼ਰਮ ਦੀ ਗੱਲ ਹੈ ਕਿ ਦਿੱਲੀ ਦੇ ਵਿੱਚ ਇੱਕ ਵੀ ਮਹਿਲਾ ਮੰਤਰੀ ਨਹੀਂ ਹੈ। ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਵੂਮੈਨਸ ਡੇ ਤੇ ਗੱਲਾਂ ਤਾਂ ਬਹੁਤ ਵੱਡੀਆਂ ਕੀਤੀਆਂ ਜਾਂਦੀਆਂ ਨੇ, ਦਾਅਵੇ ਵੀ ਠੋਕੇ ਜਾਂਦੇ ਨੇ, ਪਰ ਹਕੀਕਤ ਦੇ ਵਿੱਚ ਕਥਨੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ। ਇਹ ਫਰਕ ਹੈ ਜਿਸ ਦੇ ਚਲਦਿਆਂ ਮਹਿਲਾਵਾਂ ਅੱਜ ਵੀ ਆਪਣੀ ਹੋਂਦ ਦੇ ਲਈ ਤਲਾਸ਼ ਕਰ ਰਹੀਆਂ ਨੇ। Maximum governance also means giving us women our legitimate due, namely the long-awaited Women's Reservation Bill. And I believe we can expect in you, Madam Speaker, a strong ally in this cause. मैं नारी हूँ, सृष्टि का अनुपम रूप। मैं परंपराओं की जननी भी हूँ तथा उनका निर्वाह करने वाली भी। संसार मुझ पर मोहित हैं तो इतिहास गर्वित। मुझ में जीवित हैं वो सब नारियां जो अपने आदर्श चरित्र यहाँ स्थापित करके गई हैं। मैं अतीत भी हूँ, वर्तमान भी हूँ और आने वाले कल का उत्तरदायित्व भी मुझी पर है। मैं नारी हूँ।
ਲੈ ਕੇ ਅਕਸਰ ਹੀ ਵੱਡੇ ਦਾਅਵੇ ਕੀਤੇ ਜਾਂਦੇ ਨੇ। ਕਈ ਔਰਤਾਂ ਨੂੰ ਤਾਂ ਮੌਕੇ ਮਿਲਦੇ ਨੇ ਤੇ ਉਹ ਆਪਣੇ ਆਪ ਨੂੰ ਸਾਬਿਤ ਕਰ ਜਾਂਦੀਆਂ ਨੇ, ਪਰ ਕਈ ਅਜਿਹੀਆਂ ਔਰਤਾਂ ਵੀ ਨੇ ਜਿਨ੍ਹਾਂ ਨੂੰ ਮੌਕੇ ਨਹੀਂ ਮਿਲਦੇ, ਜਿਨ੍ਹਾਂ ਨੂੰ ਕੁਦਰਤ ਵੀ ਮੌਕਾ ਨਹੀਂ ਦਿੰਦੀ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਹਿਲਾ ਦੇ ਨਾਲ ਮਿਲਾਵਾਂਗੇ ਜਿਸ ਨੂੰ ਭਾਵੇਂ ਕਿ ਕੁਦਰਤ ਨੇ ਮੌਕੇ ਤੋਂ ਵਾਂਝਾ ਰੱਖਿਆ ਹੋਵੇ, ਪਰ ਉਸਨੇ ਆਪਣੇ ਜਜ਼ਬੇ ਦੇ ਨਾਲ ਤੇ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਖੁਦ ਦਾ ਮੁਕਾਮ ਹਾਸਿਲ ਕਰ ਲਿਆ। ਇਹ ਹੈ ਯਮੁਨਾਨਗਰ ਦੀ ਸ਼ਿਵਪੁਰੀ ਨਿਵਾਸੀ ਮੋਨਿਕਾ, ਜਿਸ ਉੱਤੇ ਕਿਸੇ ਸਰਕਾਰ ਦੀ ਨਜ਼ਰ ਨਹੀਂ ਗਈ। ਹਾਲਾਂਕਿ ਕਈ ਵਾਰ ਇਸ ਨੂੰ ਸੁਰੱਖਿਆ ਮਿਲੀਆਂ ਨੇ, ਪਰ ਇਹ ਸੁਰੱਖਿਆ ਇਸ ਦੀ ਖੁਦ ਦੀ ਕਮਾਈਆਂ ਨੇ। ਮੋਨਿਕਾ ਜਦ ਬਹੁਤ ਛੋਟੀ ਸੀ, ਉਸ ਵੇਲੇ ਇੱਕ ਅਜਿਹੀ ਬਿਮਾਰੀ ਨੇ ਉਸ ਨੂੰ ਜਕੜ ਲਿਆ ਜਿਸ ਨਾਲ ਉਸ ਦੇ ਹੱਥ ਪੈਰ ਚੱਲਣਾ ਬੰਦ ਹੋ ਗਏ। ਮਾਪਿਆਂ ਨੇ ਜਿੰਨਾ ਹੋ ਸਕਿਆ ਉਨਾ ਕੀਤਾ, ਪਰ ਡਾਕਟਰ ਨੇ ਮੋਨਿਕਾ ਦੇ ਮਾਂ-ਬਾਪ ਨੂੰ ਪੈਰਾਲਾਈਸਿਸ ਦੱਸ ਕੇ ਉਸ ਦੀ ਅਪੰਗਤਾ ਦਾ 100% ਪ੍ਰਮਾਣ ਪੱਤਰ ਬਣਾ ਕੇ ਉਹਨਾਂ ਨੂੰ ਉੱਥੋਂ ਚੱਲਦਾ ਕਰ ਦਿੱਤਾ। ਮੋਨਿਕਾ ਹੱਥਾਂ ਪੈਰਾਂ ਤੋਂ ਅਪਾਹਿਜ ਹੋ ਗਈ ਸੀ, ਪਰ ਉਸਦੇ ਹੌਸਲੇ ਬੁਲੰਦ ਸਨ। ਉਸਨੇ ਇਹ ਸਿੱਧ ਕਰ ਦਿੱਤਾ ਕਿ ਖੁਦੀ ਨੂੰ ਕਰ ਬੁਲੰਦ ਐਨਾ ਕਿ ਖੁਦਾ ਆ ਕੇ ਪੁੱਛੇ 10 ਬੰਦੇ ਤੇਰੀ ਰਜ਼ਾ ਕੀ ਹੈ। ਮੋਨਿਕਾ ਨੇ ਹਿੰਮਤ ਨਹੀਂ ਹਾਰੀ। ਇੱਕ ਤੋਂ ਬਾਅਦ ਇੱਕ ਉਹ ਕਲਾਸਾਂ ਪਾਸ ਕਰਦੀ ਗਈ ਤੇ ਆਪਣੀ ਲਿਖਾਈ ਉਹ ਆਪਣੇ ਮੂੰਹ ਦੇ ਨਾਲ ਕਰਦੀ। ਮੂੰਹ ਤੋਂ ਲਿਖ ਕੇ ਉਸਨੇ ਇੱਕ ਮਿਸਾਲ ਕਾਇਮ ਕਰ ਦਿੱਤੀ। ਮੂੰਹ ਨਾਲ ਹੀ ਮੋਨਿਕਾ ਇੰਨਾ ਸੁੰਦਰ ਲਿਖਦੀ ਹੈ ਕਿ ਚੰਗਾ ਖਾਸਾ ਆਦਮੀ ਵੀ ਦੋਹਾਂ ਹੱਥਾਂ ਦੇ ਹੁੰਦੇ ਹੋਏ ਵੀ ਇੰਨੀ ਸਾਫ਼ ਲਿਖਾਈ ਨਹੀਂ ਲਿਖ ਸਕਦਾ। ਅੱਜ ਮੋਨਿਕਾ ਗ੍ਰੈਜੂਏਟ ਹੈ। ਮੋਨਿਕਾ ਦੇ ਹੌਸਲੇ ਬੁਲੰਦ ਸਨ, ਲਿਹਾਜ਼ਾ ਉਸਨੇ ਆਪਣੇ ਅੱਗੇ ਪਹਾੜ ਜਿਹੀ ਜ਼ਿੰਦਗੀ ਵੀ ਛੋਟੀ ਲੱਗਣ ਲੱਗੀ। ਇੰਨਾ ਪੜਨ ਤੋਂ ਬਾਅਦ ਅੱਜ ਮੋਨਿਕਾ ਨੂੰ ਇੱਕ ਨੌਕਰੀ ਦੀ ਤਲਾਸ਼ ਹੈ, ਪਰ ਉਸਦਾ ਹੌਸਲਾ ਉਦੋਂ ਟੁੱਟ ਗਿਆ ਜੇ ਸਰਕਾਰ ਵੱਲੋਂ ਉਸਨੂੰ ਕੋਈ ਮਦਦ ਨਹੀਂ ਮਿਲੀ। ਮੋਨਿਕਾ ਦੀ ਮਾਂ ਤੇ ਦਾਦੀ ਤੋਂ ਜਿੰਨਾ ਹੋ ਸਕਿਆ ਉਹਨਾਂ ਨੇ ਉਸ ਨੂੰ ਪੜਾਇਆ, ਪਰ ਅੱਜ ਮੋਨਿਕਾ ਨੌਕਰੀ ਦੀ ਤਲਾਸ਼ ਵਿੱਚ ਹੈ। ਅਜਿਹਾ ਵੀ ਨਹੀਂ ਹੈ ਕਿ ਮੋਨਿਕਾ ਸਿਰਫ ਲਿਖ ਹੀ ਸਕਦੀ ਹੈ, ਸਗੋਂ ਉਹ ਮੂੰਹ ਦੇ ਸਹਾਰੇ ਹੀ ਲੈਪਟਾਪ, ਮੋਬਾਈਲ ਵੀ ਬੜੇ ਆਸਾਨੀ ਦੇ ਨਾਲ ਚਲਾ ਲੈਂਦੀ ਹੈ। ਮੈਂ ਇਹ ਵੀ ਕਹਾਂਗੀ ਇਹ ਉਹਨਾਂ ਦਾ ਬੜਾ ਧੰਨਵਾਦ ਹੋਏਗਾ, ਬੜਾ ਸ਼ੁਕਰੀਆ ਹੋਏਗਾ ਜੇ ਮੇਰੀ ਬੇਟੀ ਨੂੰ ਨੌਕਰੀ ਦੇ ਦੇ, ਗਵਰਨਮੈਂਟ ਹੈਲਪ ਕਰ ਦੇ, ਤੇ ਮੈਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ, ਸ਼ੁਕਰੀਆ ਗੁਜ਼ਾਰ ਹਾਂ ਉਹਨਾਂ ਦੇ ਨਾਲ। ਮੈਨੂੰ ਇਹ ਬੜੀ ਖੁਸ਼ੀ ਹੋਏਗੀ ਕਿ ਅੱਜ ਮੇਰੀ ਬੇਟੀ ਜਿਹੜੀ ਹੈ ਆਪਣੇ ਪੈਰਾਂ 'ਤੇ ਖਲੋ ਗਈ ਹੈ, ਆਪਣੀ ਬਵੇਗੀ, ਖਾਏਗੀ, ਜ਼ਿੰਦਗੀ ਜਿਹੜੀ ਚੰਗੀ ਲੰਘੇਗੀ। ਉਹ ਤਾਂ ਜੋ ਕੁਝ ਹੈ ਉਹ ਹੈ। ਦੁਨੀਆ ਤੇ आई जब कुछ देखे ही नहीं, कर्मा च नहीं हुए देखे, क्या करना। ठीक है, नौकरी लग जाएगी, खुश रहेगी, काम करेगी, नौकरी करेगी, बोलेगी, कर्मा भागा वाली है। मैनू मत देंदी है, अपने भैन भरावां नूं पढ़ांदी जे, अपनियां भैणां नूं पढ़ांदी जे। ਉਹ ਇਹ ਆਂਦੀ ਹੈ ਕਿ ਕੁਛ ਨਾ ਕੁਛ ਸਾਰੀਆਂ ਗੱਲਾਂ ਵਿੱਚ ਚੰਗੀਆਂ ਨੇ, ਬਸ ਇਹੋ ਹੀ ਜਿਹੜਾ ਇਹਦਾ ਸਰੀਰ ਜਿਹੜਾ ਉਹ ਕੰਮ नहीं करता। असी बड़े परेशान। हमारी बेटियां 100% विकलांग होने के बावजूद भी इतने मुँह से ग्रेजुएशन की हुई है, और कई सालों से हम प्रयास कर रहे हैं, सरकार कोई किसी तरह की कोई हेल्प नहीं दे रही। और इतना होनहार होने के बावजूद भी सरकार से हम यही गुहार लगाते हैं कि इसको कोई जॉब अच्छी सी दी जाए, और जिससे ये हमारे देश का नाम बढ़ाए और घर की हेल्प करे और सब गर्व करें इसके देश के ऊपर। ਅੱਜ ਸਵਾਲ ਉਹਨਾਂ ਸਰਕਾਰਾਂ ਤੋਂ ਹੈ ਜੋ ਸਰਕਾਰਾਂ ਹਰ ਸਾਲ ਮਹਿਲਾ ਦਿਵਸ ਤੇ ਔਰਤਾਂ ਨੂੰ ਸਸ਼ਕਤੀਕਰਨ ਹੋਣ ਦੀਆਂ ਗੱਲਾਂ ਕਰਦੀਆਂ ਨੇ। ਕਿੱਥੇ ਹੈ ਉਹ ਸਰਕਾਰ ਜੋ ਮੋਨਿਕਾ ਨੂੰ ਹੋਰ ਅਗਾਹ ਵਧਣ ਦਾ ਮੌਕਾ ਨਹੀਂ ਦੇ ਸਕਦੀ? ਜਦ ਮੀਡੀਆ ਨੇ ਮੋਨਿਕਾ ਦੀ ਆਵਾਜ਼ ਉਠਾਈ ਤਾਂ ਉਸ ਨੂੰ ਸਥਾਨਕ ਪ੍ਰਸ਼ਾਸਨ ਤੋਂ ਮਦਦ ਮਿਲੀ। ਮੋਨਿਕਾ ਦਾ ਸੁਪਨਾ ਹੈ ਸਰਕਾਰੀ ਵਿਭਾਗ ਦੇ ਵਿੱਚ ਨੌਕਰੀ ਕਰਨਾ। ਉਹ ਚਾਹੁੰਦੀ ਹੈ ਕਿ ਉਹ ਨੌਕਰੀ ਕਰਕੇ ਮਾਪਿਆਂ ਦੇ ਹਰ ਬੋਝ ਨੂੰ ਖਤਮ ਕਰ ਦੇ ਤੇ ਉਹਨਾਂ ਨੂੰ ਉਹ ਖੁਸ਼ੀ ਦੇ ਜੋ ਇੱਕ ਬੇਟਾ ਦਿੰਦਾ ਹੈ। मैं यही अपेक्षा करती थी सरकार से कि मैंने ग्रेजुएशन कर ली है, बहुत मुश्किल से मैंने पढ़ाई की है, मेरे पेरेंट्स ने मुझे पढ़ाया, और उसके बाद मैं ये चाहती थी कि कोई जॉब मिले, गवर्नमेंट जॉब मिले, ताकि मैं अपनी भी हेल्प कर सकूं, आत्मनिर्भर बन सकूं, खुद को किसी के मतलब कम ना समझ पाऊं, फील ना करूं। पर नहीं, सरकार से कुछ हुआ नहीं। बहुत बार अपील की है मैंने सरकार से कि मुझे जॉब चाहिए। ਅਜਿਹੀਆਂ ਕਈ ਔਰਤਾਂ ਨੇ ਜੋ ਸਮਾਜ ਦੇ ਵਿੱਚ ਆਪਣੀ ਹੋਂਦ ਦੀ ਤਲਾਸ਼ ਕਰ ਰਹੀਆਂ ਨੇ। ਉਹਨਾਂ ਕੋਲ ਹੌਸਲੇ ਜਾਂ ਜਜ਼ਬੇ ਦੀ ਘਾਟ ਨਹੀਂ, ਘਾਟ ਹੈ ਤਾਂ ਸਿਰਫ ਇੱਕ ਮੌਕੇ ਦੀ, ਜੋ ਮੌਕਾ ਉਹਨਾਂ ਨੂੰ ਬਿਨਾਂ ਸ਼ੱਕ ਮਿਲਣਾ ਚਾਹੀਦਾ ਹੈ। सब कुछ
ਕੁਝ ਨੈਗੇਟਿਵ ਹੀ ਨਹੀਂ ਹੋ ਰਿਹਾ ਔਰਤਾਂ ਦੀ ਜ਼ਿੰਦਗੀ ਦੇ ਵਿੱਚ, ਬਲਕਿ ਕਈ ਔਰਤਾਂ ਨੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਜੋ ਸਭ ਦੇ ਲਈ ਇੱਕ ਵੱਡੀ ਉਦਾਹਰਨ ਹੈ ਕਿ ਕਿਸ ਤਰੀਕੇ ਦੇ ਨਾਲ ਔਰਤਾਂ ਨੇ ਆਪਣੀ ਸਾਰੀ ਮੁਸ਼ਕਿਲਾਂ ਨੂੰ, ਸਾਰੀਆਂ ਚੀਜ਼ਾਂ ਨੂੰ ਪਿੱਛੇ ਕਰਕੇ ਆਪਣੇ ਆਪ ਦੇ ਲਈ ਅੱਗੇ ਵਧੀਆਂ ਨੇ, ਤੇ ਜਿਸ ਦਾ ਫਾਇਦਾ ਦੇਸ਼ ਨੂੰ। ਅਸੀਂ ਇੱਥੇ ਬਾਰਡਰ ਤੇ ਡਿਊਟੀ ਕਰਦੇ ਆ, ਜਿਹੜਾ ਕਿ ਆਮ ਲੋਕਾਂ ਲਈ ਬਹੁਤ ਜ਼ਿਆਦਾ ਡਰ ਦੀ ਗੱਲ ਹੁੰਦੀ ਹੈ ਕਿ ਬਾਰਡਰ ਤੇ ਕੁੜੀਆਂ ਕਿੱਦਾਂ ਡਿਊਟੀ ਕਰਦੀਆਂ ਆ। ਸਾਡੇ ਘਰਦਿਆਂ ਨੂੰ ਵੀ ਸਾਡੇ ਤੇ ਬਹੁਤ ਮਾਣ ਹੈ ਇਸ ਗੱਲ ਦਾ, ਤੇ ਸਾਡੇ ਜਦੋਂ ਅਸੀਂ ਪਿੰਡ ਜਾਂਦੇ ਆ, ਸ਼ਹਿਰ ਜਾਂਦੇ ਆ, ਕੁੜੀਆਂ ਸਾਨੂੰ ਦੇਖਦੀਆਂ ਆ, ਕਹਿੰਦੀਆਂ ਕਿ ਤੁਸੀਂ BSF ਵਿੱਚੋਂ ਕਿੱਦਾਂ ਸਿਲੈਕਸ਼ਨ ਹੁੰਦੀ, ਅਸੀਂ ਵੀ ਆਣਾ ਆ। ਸਾਨੂੰ ਦੇਖ ਕੇ ਉਹਨਾਂ ਵਿੱਚ ਵੀ ਜੋਸ਼ ਪੈਦਾ ਹੁੰਦਾ ਆ। ਇਸ ਟਾਈਮ ਤੇ ਮਹਿਲਾ ਮਤਲਬ ਇੱਕ ਇੱਦਾਂ ਨਹੀਂ ਹੈ ਕਿ ਕਿਸੇ ਇਨਸਾਨ ਕਿਸੇ ਨੂੰ ਪਿੱਛੇ ਆ, ਸਾਰੇ ਇੱਕ ਦੂਜੇ ਨਾਲ ਕੰਧਾ ਮਿਲਾ ਕੇ ਚੱਲ ਰਹੀਆਂ। ਜਿੱਦਾਂ ਜਵਾਨ ਡਿਊਟੀ ਕਰ ਰਿਹਾ ਬਾਰਡਰ ਤੇ, ਉੱਦਾਂ ਹੀ ਆਪਾਂ ਕਰ ਰਹੇ ਹਾਂ। ਸਾਨੂੰ ਬਹੁਤ ਖੁਸ਼ੀ ਹੈ ਕਿ ਆਪਾਂ ਆਪਣੇ ਪੈਰਾਂ ਤੇ ਸਟੈਂਡ ਆ। ਘਰਦਿਆਂ ਨੂੰ ਵੀ ਮਾਣ ਸਾਡੇ ਉੱਤੇ ਕਿ ਕਿੱਦਾਂ ਵੀ ਆ ਕੁੜੀਆਂ ਮੁੰਡਿਆਂ ਵਿੱਚ ਕੋਈ ਵੀ ਇਸ ਦਿਹਾੜੇ ਦੇ ਬਹੁਤ ਮਾਇਨੇ ਨੇ, ਕਿਉਂਕਿ ਮਹਿਲਾ ਸਸ਼ਕਤੀਕਰਨ ਦੇ ਲਈ ਬਹੁਤ ਕੁਝ ਹੋਇਆ, ਇਸ ਨੂੰ ਨਕਾਰਿਆ ਨਹੀਂ ਜਾ ਸਕਦਾ, ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਸੋ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਇਸ ਦਿਹਾੜੇ ਦੀ ਮਹਾਨਤਾ ਨੂੰ ਅਸੀਂ ਸਮਝੀਏ ਤੇ ਮਹਿਲਾ ਦਿਵਸ ਨੂੰ ਬਿਲਕੁਲ ਅਸਲ ਰੂਪ ਦੇ ਵਿੱਚ ਮਹਿਲਾਵਾਂ ਦੇ ਸਨਮਾਨ ਦੇ ਲਈ ਮਨਾਇਆ ਜਾਏ ਤੇ ਉਹਨਾਂ ਦੇ ਸਸ਼ਕਤੀਕਰਨ ਦੇ ਲਈ ਮਨਾਇਆ ਜਾਏ। ਸੋ ਇਸ ਖਾਸ ਪੇਸ਼ਕਸ਼ ਦੇ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਦੇਸ਼ ਅਤੇ ਦੁਨੀਆ ਦੀ ਹੋਰ ਖਬਰਾਂ ਦੇ ਲਈ ਬਨੇ ਰਹੋ PTC ਨਿਊਜ਼ ਦੇ ਨਾਲ।